वाहिगुरु साहिब जी। चौपई है तुमरी पई झूठी गल। जै तुमरी पई झूठी गल। ਜ਼ਕਰੀਆ ਖਾਨ ਦੇ ਵੱਲੋਂ ਭਾਈ ਤਾਰੂ ਸਿੰਘ ਜੀ ਦਾ ਖੋਪੜ ਉਤਾਰ ਦਿੱਤਾ ਗਿਆ। ਭਾਈ ਤਾਰੂ ਸਿੰਘ ਜੀ ਦਾ ਸਰੀਰ ਚੁੱਕ ਕੇ ਸਿੱਖਾਂ ਨੇ ਧਰਮਸ਼ਾਲਾ ਦੇ ਵਿੱਚ ਲਿਆਂਦਾ ਅਤੇ ਇਹ ਗੱਲ ਸਾਰੇ ਬੰਨੇ ਫੈਲ ਗਈ कि भाई तारू सिंह जी का ਜ਼ਕਰੀਆ खान ने खोपड़ उतार दिता है। सारे बन्ने ये हाहाकार मच गए। सारे लोग जिहड़े हमदर्दी सन वो परमात्मा दे अगे अरदासां करन लगे कि परमात्मा इन्हां दे कोलों राज भाग वापस लै लै, ये बहुत ज़्यादा अत्याचार करन लग पे हैं। इधर भाई तारू सिंह जी धर्मशाला दे विच गुरु गुरु जपदे हन अते ਜ਼ਕਰੀਆ खान उन्हें एक सिपाही भाई तारू सिंह जी दे कोल भेजिया है, क्योंकि भाई तारू सिंह जी ने 2 वचन कहे सन। जिस वक्त ਜ਼ਕਰੀਆ खान दे नाल वार्तालाप हुई, पहला वचन भाई तारू सिंह जी ने यह कहा सी कि मेरी सिक्खी केसां सवासां दे नाल निभेगी, मेरे केस नहीं कटे जाणगे, मैनू मेरे गुरु ते भरोसा है, गुरु मेरी लाज रखेगा। ते दूसरा वचन कहा सी ਜ਼ਕਰੀਆ खान, जुत्तियां मेरे सिर विच नहीं, जुत्तियां तेरे सिर दे विच पैणगियां। ते जदों भाई तारू सिंह का खोपड़ उतार दिता गया ते ਜ਼ਕਰੀਆ खान ने ये दोवें गल्लां नूं सिद्ध करन वास्ते एक सिपाही नूं भेजिया है, तां जो भाई तारू सिंह झूठा पै सके कि उहदियां दोवें दे दोवें गल्लां झूठियां निकलियां हन। वो मनुख आया, वो सिपाही आया अते आके भाई तारू सिंह नाल वार्तालाप करदा है। भाई तारू सिंह नाल विचार वटांदरा करता है अते आके कहन लगा, जै तुमरी पई झूठी गल। कहन लगा तारू सिंह जी, ਜਿਹੜੀਆਂ ਤੁਸੀਂ ਗੱਲਾਂ ਕਹੀਆਂ ਸਨ ਜ਼ਕਰੀਆ ਖਾਨ ਨੂੰ, ਕੇਸਾਂ ਸਵਾਸਾਂ ਦੇ ਨਾਲ ਸਿੱਖੀ ਨਿਭੇਗੀ ਤੇ ਜ਼ਕਰੀਆ ਖਾਨ ਦੇ ਸਿਰ ਵਿੱਚ ਜੁੱਤੀਆਂ ਪੈਣਗੀਆਂ, ਉਹ ਗੱਲਾਂ ਤੁਹਾਡੀਆਂ ਝੂਠੀਆਂ ਨਿਕਲ ਆਈਆਂ ਹਨ। ਗਏ ਬਾਲ ਲੈ ਕੇ ਸਿਰ ਖਲ, ਗਏ ਬਾਲ ਲੈ ਕੇ ਸਿਰ ਖਲ। ਤੁਹਾਡੇ ਕੇਸ ਤੁਹਾਡੇ ਉਹ ਪਏ ਹਨ, ਤੁਹਾਡੇ ਸਿਰ ਤੇ ਨਹੀਂ ਹਨ। ਤੁਹਾਡੀ ਖਲ ਵੀ ਉਤਰ ਗਈ ਹੈ, ਖੋਪੜ ਵੀ ਉਤਾਰ ਦਿੱਤਾ ਗਿਆ ਹੈ ਤੇ ਤੁਸੀਂ ਆਪਣੇ ਕੇਸਾਂ ਨੂੰ ਨਹੀਂ ਬਚਾ ਸਕੇ। ਬਿਨਾ ਬਾਲ ਸਿਰ ਦੇਹੀ ਰਹੀ, ਬਿਨਾ ਬਾਲ ਸਿਰ ਦੇਹੀ ਲਹੀ। ਤੇਰੀ ਬਿਨਾ ਬਾਲਾਂ ਤੋਂ ਬਿਨਾ ਕੇਸਾਂ ਤੋਂ ਦੇਹੀ ਰਹਿ ਗਈ ਹੈ, ਬਾਕੀ ਹੁਣ ਤੇਰੇ ਸਿਰ ਦੇ ਉੱਤੇ ਕੋਈ ਵੀ ਕੇਸ ਨਹੀਂ ਰਹਿ ਗਿਆ। ਦੋ ਬਾਤ ਤੁਧ ਝੂਠੀ ਪਈ, ਦੋ ਬਾਤ ਤੁਧ ਝੂਠੀ ਪਈ। ਤੇਰੀਆਂ ਦੋਵੇਂ ਗੱਲਾਂ ਝੂਠੀਆਂ ਪੈ ਗਈਆਂ ਹਨ। ਤੂੰ ਆਪਣੇ ਵਾਲ ਵੀ ਨਹੀਂ ਬਚਾ ਸਕਿਆ ਤੇ ਜ਼ਕਰੀਆ ਖਾਨ ਦੇ ਸਿਰ ਵਿੱਚ ਜੁੱਤੀਆਂ ਵੀ ਨਹੀਂ ਵੱਜੀਆਂ। ਦੋਵੇਂ ਦੇ ਦੋਵੇਂ ਗੱਲਾਂ ਤੇਰੀਆਂ ਝੂਠੀਆਂ ਨਿਕਲ ਆਈਆਂ ਹਨ। ਇੱਕ ਗੱਲ ਵੀ ਤੇਰੀ ਖਰੀ ਨਹੀਂ ਹੋਈ, ਇੱਕ ਗੱਲ ਵੀ ਤੇਰੀ ਸਹੀ ਨਹੀਂ ਨਿਕਲੀ। ਦੋਵਾਂ ਗੱਲਾਂ ਦੇ ਵਿੱਚ ਤੂੰ ਝੂਠਾ ਹੀ ਪਿਆ ਵਾ। ਤਬ ਸਿੰਘ ਨੇ ਜੋ ਬਾਣੀ ਕਹੀ, ਤਬ ਸਿੰਘ ਨੇ ਜੋ ਬਾਣੀ ਕਹੀ। ਬਾਣੀ ਤੋਂ ਭਾਵ ਕੀ ਬੋਲ। ਫਿਰ ਭਾਈ ਤਾਰੂ ਸਿੰਘ ਜੀ ਨੇ ਉਸ ਸਿਪਾਹੀ ਨੂੰ ਉੱਤਰ ਦਿੱਤਾ ਹੈ ਤੇ ਭਾਈ ਤਾਰੂ ਸਿੰਘ ਜੀ ਕਹਿੰਦੇ, ਜਾ ਕੇ ਜ਼ਕਰੀਆ ਖਾਨ ਨੂੰ ਇਹ ਸਾਰੀ ਗੱਲ ਦੱਸ ਦਈ। ਨਹਿ ਨਵਾਬ ਤੁਮ ਸਮਝੇ ਆਈ, ਨਹਿ ਨਵਾਬ ਤੁਮ ਸਮਝੇ ਆਈ। ਭਾਈ ਤਾਰੂ ਸਿੰਘ ਜੀ ਕਹਿੰਦੇ, ਨਵਾਬ ਨੂੰ ਜਾ ਕੇ ਕਹਿ ਦਈ ਕਿ ਅਸਲ ਵਿੱਚ ਨਵਾਬ ਤੈਨੂੰ ਸਮਝ ਹੀ ਕੁਝ ਨਹੀਂ ਹੈ। ਜੇ ਤੈਨੂੰ ਸਮਝ ਹੁੰਦੀ ਤਾਂ ਤੂੰ ਆ ਗੱਲਾਂ ਕਰਨ ਵਾਸਤੇ ਮੇਰੇ ਕੋਲ ਸੁਨੇਹਾ ਨਹੀਂ ਸੀ ਪਹੁੰਚਾਉਣਾ, ਕਿਉਂਕਿ ਤੈਨੂੰ ਸਮਝ ਕੋਈ ਨਹੀਂ, ਇਸ ਕਰਕੇ ਤੂੰ ਆ ਗੱਲਾਂ ਮੇਰੇ ਨਾਲ ਕਰ ਰਿਹਾ ਵਾ। ਰਹਿ ਕੇਸ ਹਮ ਖੋਪਰੀ ਨਾਲ, ਰਹੇ ਕੇਸ ਹਮ ਖੋਪਰੀ ਨਾਲ।
ਭਾਈ ਤਾਰੂ ਸਿੰਘ ਜੀ ਨੇ ਕਹਿੰਦੇ ਪਹਿਲੀ ਗੱਲ ਮੈਂ ਕਹੀ ਸੀ ਕਿ ਮੈਂ ਕੇਸਾਂ ਸਵਾਸਾਂ ਦੇ ਨਾਲ ਸਿੱਖੀ ਨਿਭੇਗੀ, ਤੇ ਇਹ ਗੱਲ ਮੇਰੀ ਝੂਠੀ ਨਹੀਂ ਪਈ, ਮੇਰੀ ਸੱਚੀ ਨਿਕਲੀ ਹੈ। ਕਿਉਂਕਿ ਤੁਸੀਂ ਮੇਰੇ ਕੇਸ ਕੱਟਣ ਦੀ ਕੋਸ਼ਿਸ਼ ਕੀਤੀ, ਮੇਰੇ ਕੇਸ ਕਤਲ ਕਰਨ ਦੀ ਕੋਸ਼ਿਸ਼ ਕੀਤੀ, ਤੇ ਮੈਂ ਸਤਿਗੁਰੂ ਜੀ ਦਾ ਓਟ ਆਸਰਾ ਲੈਂਦਿਆਂ ਹੋਇਆ ਅਰਦਾਸ ਬੇਨਤੀ ਕੀਤੀ, ਤੇ ਗੁਰੂ ਨੇ ਮੇਰੀ ਲਾਜ ਰੱਖੀ। ਤੁਸੀਂ ਮੇਰੇ ਕੇਸ ਨਹੀਂ ਕੱਟ ਪਾਏ ਤੇ ਤੁਸੀਂ ਮੇਰਾ ਖੋਪਰ ਉਤਾਰ ਦਿੱਤਾ। ਮੈਂ ਆਪਣਾ ਖੋਪਰ ਤੇ ਉਤਰਵਾ ਲਿਆ, ਪਰ ਆਪਣੇ ਕੇਸਾਂ ਨੂੰ ਮੈਂ ਕਤਲ ਨਹੀਂ ਹੋਣ ਦਿੱਤਾ। ਭਾਈ ਤਾਰੂ ਸਿੰਘ ਜੀ ਕਹਿੰਦੇ ਪਹਿਲੀ ਗੱਲ ਮੇਰੀ ਖਰੀ ਰਹੀ ਹੈ, ਜੋ ਮੈਂ ਕਿਹਾ ਸੀ ਉਹ ਮੇਰੀ ਗੱਲ ਸੱਚੀ ਹੈ, ਉਹ ਗੱਲ ਝੂਠੀ ਨਹੀਂ, ਕਿਉਂਕਿ ਮੈਂ ਆਪਣੀ ਕੇਸਾਂ ਨੂੰ ਬਚਾ ਲਿਆ ਹੈ। ਉਹਦੇ ਬਦਲੇ ਬੇਸ਼ੱਕ ਮੈਨੂੰ ਖੋਪਰ ਉਤਾਰਨਾ ਪੈ ਗਿਆ ਹੈ। ਝੂਠੇ ਦੋਏ ਤੁਮਰੇ ਸਵਾਲ, ਹੈ ਝੂਠੇ ਦੇ ਤੁਮਰੇ ਸਵਾਲ, ਤੇ ਤੇਰੇ ਦੋਵੇਂ ਸਵਾਲ ਹੀ ਝੂਠੇ ਹਨ। ਤੇ ਦੂਸਰਾ ਸਵਾਲ ਜਿਹੜਾ ਤੂੰ ਕੀਤਾ ਸੀ ਕਿ ਜ਼ਕਰੀਆ ਖਾਨ ਦੇ ਉੱਤੇ ਕੋਈ ਜੁੱਤੀਆਂ ਨਹੀਂ ਪਈਆਂ, ਭਾਈ ਤਾਰੂ ਸਿੰਘ ਜੀ ਕਹਿੰਦੇ ਦੋਵੇਂ ਦੇ ਦੋਵੇਂ ਸਵਾਲ ਤੇਰੇ ਝੂਠੇ ਹਨ। ਪਹਿਲਾ ਸਵਾਲ ਮੇਰਾ ਗੱਲ ਸਹੀ ਹੋ ਗਈ ਹੈ, ਮੈਂ ਕੇਸ ਬਚਾ ਲਏ ਹਨ, ਤੇ ਦੂਸਰੀ ਗੱਲ ਵੀ ਮੇਰੀ ਬਿਲਕੁਲ ਸੱਚ ਹੀ ਹੈ। ਸਾਸ ਰੱਖੇ ਹਮ ਇਮ ਕਰ ਦੇ, ਸਵਾਸ ਰੱਖੇ ਹਮ ਇਮ ਕਰ ਦੇ। ਮੇਰੇ ਪ੍ਰਮਾਤਮਾ ਨੇ ਮੇਰੇ ਸਵਾਸ ਇਸੇ ਕਰਕੇ ਰੱਖੇ ਹੋਏ ਹਨ ਕਿ ਜਿਹੜੇ ਬਚਨ ਪ੍ਰਮਾਤਮਾ ਨੇ ਹੁਣ ਆਪੋਂ ਬੋਲਣਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜਿਓ। ਜੋ ਪ੍ਰਮਾਤਮਾ ਨੇ ਮੇਰੇ ਮੂੰਹ ਦੇ ਵਿੱਚੋਂ ਕਹਾਇਆ ਹੈ, ਉਹਨਾਂ ਬਚਨਾਂ ਨੂੰ ਸੱਚ ਕਰਨ ਵਾਸਤੇ ਹੀ ਪ੍ਰਮਾਤਮਾ ਨੇ ਮੇਰੇ ਸਵਾਸ ਹਜੇ ਤੱਕ ਰੱਖੇ ਹੋਏ ਹਨ। ਮੇਰੀ ਦੇਹ ਦੇ ਵਿੱਚ, ਮੇਰੇ ਸਰੀਰ ਦੇ ਵਿੱਚ ਮੇਰੇ ਸਵਾਸ ਚੱਲ ਰਹੇ ਹਨ, ਤੇ ਹਜੇ ਤੱਕ ਮੇਰਾ ਆਤਮਾ ਬਾਹਰ ਨਹੀਂ ਆਇਆ। ਉਹ ਇਸੇ ਕਰਕੇ ਪ੍ਰਮਾਤਮਾ ਨੇ ਬਾਹਰ ਨਹੀਂ ਹਜੇ ਕੱਢਿਆ, ਹਜੇ ਤੱਕ ਸਰੀਰ ਚੋਂ ਆਤਮਾ ਇਸੇ ਕਰਕੇ ਬਾਹਰ ਨਹੀਂ ਆਇਆ, ਕਿਉਂਕਿ ਹਜੇ ਪ੍ਰਮਾਤਮਾ ਨੇ ਦੂਸਰੀ ਗੱਲ ਸੱਚ ਕਰਵਾਉਣੀ ਹੈ। ਤੇ ਜਿਹੜੇ ਮੈਂ ਬਚਨ ਕਹੇ ਸਨ, ਜ਼ਕਰੀਆ ਖਾਨ ਦੇ ਸਿਰ ਵਿੱਚ ਜੁੱਤੀਆਂ ਵੱਜਣਗੀਆਂ, ਉਹ ਜੁੱਤੀਆਂ ਵੱਜਣਗੀਆਂ ਹੀ ਵੱਜਣਗੀਆਂ, ਤੇ ਇਸੇ ਕਰਕੇ ਪਰਮਾਤਮਾ ਨੇ ਮੈਨੂੰ ਹਜੇ ਤੱਕ ਜਿੰਦਾ ਰੱਖਿਆ ਹੈ। ਮਾਰ ਜੋਤ ਤੁਧ ਅੱਗੇ ਪਰ ਲੈ, ਮਾਰ ਜੋ ਤੁਝ ਅੱਗੇ ਤਰ ਲੈ, ਮੈਂ ਜੁੱਤੇ ਮਾਰ ਕੇ ਤੈਨੂੰ ਅੱਗੇ ਲਾਵਾਂਗਾ। ਇਹ ਬਚਨ ਕਹਾਏ ਹਨ ਪ੍ਰਮਾਤਮਾ ਨੇ ਮੇਰੇ ਮੁਖ ਵਿੱਚੋਂ, ਤੇ ਉਹ ਬਚਨ ਬਿਲਕੁਲ ਸੱਚ ਹੋਣਗੇ। ਉਸਤਾਦ ਮਿਲਿਓ ਤੁਧ ਅੱਗੇ ਨਾ ਕੋਈ, ਉਸਤਾਦ ਮਿਲਿਓ ਤੁਧ ਅੱਗੇ ਨਾ ਕੋਏ। ਤੇ ਭਾਈ ਤਾਰੂ ਸਿੰਘ ਜੀ ਕਹਿੰਦੇ ਆਪਣੇ ਨਵਾਬ ਨੂੰ ਜਾ ਕੇ ਕਹਿ ਦਈ ਕਿ ਤੈਨੂੰ ਅੱਗੇ ਬਚਾਉਣ ਵਾਲਾ ਕੋਈ ਵੀ ਨਹੀਂ ਹੋਵੇਗਾ, ਤੈਨੂੰ ਬਚਾਉਣ ਵਾਲਾ ਕੋਈ ਤੇਰੀ ਹਾਮੀ ਨਹੀਂ ਭਰੇਗਾ। ਤੇਰੇ ਸਿਰ ਦੇ ਵਿੱਚ ਜੁੱਤੀਆਂ ਵੱਜਣਗੀਆਂ ਤੇ ਤੈਨੂੰ ਕੋਈ ਬਚਾਉਣ ਵਾਲਾ ਨਹੀਂ ਹੋਵੇਗਾ, ਸਗੋਂ ਸਾਰੇ ਹਾਮੀ ਭਰਨਗੇ, ਖਾ ਮਾਰੀਆਂ ਜਾਣ। ਹੁਣ ਹਕੀਕਤ ਬਚ ਗਏ ਤੋਏ, ਹੁਣ ਹਕੀਕਤ ਬਚ ਗਏ ਤੋਏ। ਇੱਕ ਭਾਈ ਹਕੀਕਤ ਰਾਏ ਜੀ ਹੋਏ ਹਨ, ਉਹਨੂੰ ਭਾਈ ਉਹਨੂੰ ਜ਼ਕਰੀਆ ਖਾਨ ਨੇ ਬੜੇ ਤਸੀਹੇ ਦੇ ਕੇ ਮਾਰਿਆ ਸੀ। ਤੇ ਭਾਈ ਤਾਰੂ ਸਿੰਘ ਜੀ ਕਹਿੰਦੇ ਲੱਗਦਾ ਹੈ ਕਿ ਜ਼ਕਰੀਆ ਖਾਨ ਤੈਨੂੰ ਭਾਈ ਹਕੀਕਤ ਰਾਏ ਦਾ ਖੂਨ ਪਚ ਗਿਆ ਹੈ। ਉਹਦਾ ਤੂੰ ਜਿਹੜਾ ਕਤਲ ਕੀਤਾ, ਉਹਨੂੰ ਜਿਹੜੇ ਤੂੰ ਤਸੀਹੇ ਦਿੱਤੇ, ਦੁੱਖ ਦਿੱਤੇ ਹਨ, ਉਹ ਤੈਨੂੰ ਲੱਗਦਾ ਪਚ ਗਏ ਹਨ। ਮਾਰ ਜੁੱਤੀ ਤਰ ਲਿਓ ਆਗੇ, ਮਾਰ ਜੁੱਤੀ ਤਰ ਲਿਓ ਆਗੇ, ਪਰ ਮੈਂ ਤੈਨੂੰ ਆਪਣੀ ਜੁੱਤੀ ਦੇ ਅੱਗੇ ਮਾਰ ਕੇ ਤੈਨੂੰ ਜੁੱਤੀ ਦੇ ਅੱਗੇ ਲਾ ਕੇ ਜ਼ਰੂਰ ਖੜਾਂਗਾ। और जो तुमको अब छट जाओ, चौपई कह जाए है रहो मौजूद, ਕਹੋ ਜਾਏ ਹੋ ਰਹੋ ਮਜ਼ਬੂਤ। ਭਾਈ ਤਾਰੂ ਸਿੰਘ ਜੀ ਕਹਿੰਦੇ ਜਾ ਕੇ ਨਵਾਬ ਨੂੰ ਕਹਿ ਦੇ, ਨਵਾਬ ਹੁਣ ਮਜ਼ਬੂਤ ਹੋ ਜਾ, ਤਿਆਰ ਹੋ ਜਾ। ਉਹ ਸਮਾਂ ਵੀ ਆ ਗਿਆ ਹੈ ਜਦੋਂ ਹੁਣ ਦੂਜਾ ਬਚਨ ਵੀ ਅਟਲ ਹੋਣਾ ਹੈ, ਸੱਚ ਹੋਣਾ ਹੈ। ਉਹ ਬਚਨ ਵੀ ਹੁਣ ਪੂਰੇ ਹੋਣੇ ਹਨ, ਅਤੇ ਉਹਨਾਂ ਬਚਨਾਂ ਦੇ ਵਾਸਤੇ ਤੂੰ ਆਪਣੇ ਆਪ ਨੂੰ ਮਜ਼ਬੂਤ ਕਰ ਲੈ, ਤਿਆਰ ਕਰ ਲੈ, ਕਿਉਂਕਿ ਹੁਣ ਤੇਰੇ ਸਿਰ ਵਿੱਚ ਜੁੱਤੀਆਂ ਵੱਜਣ ਦਾ ਸਮਾਂ ਆ ਗਿਆ ਹੈ। मारो गण हणगो मूत, ਮਾਰੋ ਬੰਦ ਕਰ ਹੱਗਣੋ ਮੂਤ। ਅਤੇ ਭਾਈ ਤਾਰੂ ਸਿੰਘ ਜੀ ਕਹਿੰਦੇ ਉਹਦਾ ਹੁਣ ਹੱਗਣਾ ਮੂਤਣਾ ਸਾਰਾ ਕੁਝ ਬੰਦ ਹੋਣ ਵਾਲਾ ਹੈ। हो तैयार तो दूजक ताऊ, ਹੋ ਤਿਆਰ ਤੂੰ ਦੋਜਕ ਤਾਉ, ਨਰਕਾਂ ਭਰੀ ਜ਼ਿੰਦਗੀ ਬਤੀਤ ਕਰਨ ਵਾਸਤੇ ਜ਼ਕਰੀਆ ਖਾਂ ਤੂੰ ਤਿਆਰ ਹੋ ਜਾ। मार जुतन ते पहलो ले जाओ, ਮਾਰ ਜਤਨ ਤੋਂ ਪਹਿਲੋਂ ਨੂੰ ਜਾਓ, ਮੈਂ ਤੈਨੂੰ ਜੁੱਤੀਆਂ ਮਾਰਦਿਆਂ ਹੋਇਆ ਪਹਿਲਾਂ ਖੜਾਂਗਾ, ਅਤੇ ਬਾਅਦ ਵਿੱਚ ਆਪਣੇ ਸਰੀਰ ਨੂੰ ਤਿਆਗਾਂਗਾ। दोहरा उस ही
वक्त नवाब को भयो सुबंध पिशाब। उस ही वक्त नवाब को भयो सुबंध पिशाब। ਭਾਈ ਤਾਰੂ ਸਿੰਘ ਨੇ ਉਹਨੂੰ ਗੱਲ ਸਮਝਾ ਕੇ ਭੇਜ ਦਿੱਤਾ ਅਤੇ ਉਹਨੇ ਆ ਕੇ ਉਸੇ ਤਰੀਕੇ ਨਾਲ ਜ਼ਕਰੀਆ ਖਾਨ ਨੂੰ ਦੱਸ ਦਿੱਤਾ ਤੇ ਜ਼ਕਰੀਆ ਖਾਨ ਨੇ ਫਿਰ ਵੀ ਪਰਵਾਹ ਨਹੀਂ ਕੀਤੀ ਕਿਉਂਕਿ ਹੰਕਾਰੀ ਬੰਦਾ ਉਹ ਛੇਤੀ ਕਰਕੇ ਝੁਗੜ ਵਾਸਤੇ ਰਾਜੀ ਨਹੀਂ ਹੁੰਦਾ ਤੇ ਜ਼ਕਰੀਆ ਖਾਨ ਵੀ ਇਸੇ ਤਰੀਕੇ ਨਾਲ ਹੰਕਾਰ ਵਿੱਚ ਹੈ ਕਿ ਐਵੇਂ ਭਾਈ ਤਾਰੂ ਸਿੰਘ ਕਹੀ ਜਾ ਰਿਹਾ ਹੈ ਇਦਾਂ ਵੀ ਕਿਤੇ ਹੋਣ ਲੱਗਾ ਹੈ ਇਦਾਂ ਵੀ ਕਿਤੇ ਹੋਵੇਗਾ ਪਰ ਪ੍ਰਮਾਤਮਾ ਬਹੁਤ ਜ਼ਿਆਦਾ ਬੇਅੰਤ ਹੈ ਪ੍ਰਮਾਤਮਾ ਦੀ ਖੇਡ ਬੜੀ ਨਿਆਰੀ ਹੈ ਪ੍ਰਮਾਤਮਾ ਉਹ ਕੁਝ ਕਰ ਦਿੰਦਾ ਹੈ ਜਿਹਦੇ ਬਾਰੇ ਕਦੀ ਮਨੁੱਖ ਨੇ ਸੋਚਿਆ ਵੀ ਨਹੀਂ ਹੁੰਦਾ ਕਿ ਆ ਵੀ ਕੁਝ ਮੇਰੇ ਨਾਲ ਹੋ ਸਕਦਾ ਹੈ ਇਹ ਵੀ ਕੁਝ ਮੇਰੀ ਜ਼ਿੰਦਗੀ ਵਿੱਚ ਬਤੀਤ ਹੋ ਸਕਦਾ ਹੈ ਮੇਰੇ ਨਾਲ ਹੰਡ ਵੱਧ ਸਕਦਾ ਹੈ ਜਿਹਦੇ ਬਾਰੇ ਕਦੀ ਮਨੁੱਖ ਨੇ ਖਿਆਲ ਵੀ ਨਹੀਂ ਲਿਆਂਦੇ ਪ੍ਰਮਾਤਮਾ ਉਹ ਜਿਹੜਾ ਮਨੁੱਖ ਦਾ ਜੀਵਨ ਬਣਾ ਕੇ ਰੱਖ ਦਿੰਦਾ ਹੈ ਤੇ ਜ਼ਕਰੀਆ ਖਾਨ ਨੇ ਸੋਚਿਆ ਵੀ ਨਹੀਂ ਸੀ ਕਿ ਕਦੀ ਮੇਰਾ ਜਿਹੜਾ ਆ ਹਾਲ ਹੋਵੇਗਾ ਇਦਾਂ ਮੇਰੀ ਜਿਹੜੀ ਮੌਤ ਆਵੇਗੀ ਤੇ ਪ੍ਰਮਾਤਮਾ ਨੇ ਫਿਰ ਉਹ ਜਿਹੜੀ ਘੜੀ ਲਿਆ ਦਿੱਤੀ ਉਹ ਸਬੱਬ ਬਣਾ ਦਿੱਤਾ ਸਮਾਂ ਆ ਗਿਆ ਤੇ ਭਾਈ ਤਾਰੂ ਸਿੰਘ ਦੇ ਰਸਨਾ ਤੋਂ ਜੋ ਬਚਨ ਨਿਕਲੇ ਸਨ ਉਹਨਾਂ ਬਚਨਾਂ ਨੂੰ ਪ੍ਰਮਾਤਮਾ ਨੇ ਸੱਤ ਕਰ ਦਿੱਤਾ ਕਿਉਂਕਿ ਬਾਣੀ ਵਿੱਚ ਵੀ ਇੱਕ ਬਚਨ ਆਉਂਦਾ ਹੈ ਸਾਧ ਬਚਨ ਅਟਲਾਦਾ ਬੰਦਗੀ ਕਰਨ ਵਾਲਿਆਂ ਦੇ ਮੂੰਹ ਦੇ ਵਿੱਚੋਂ ਨਿਕਲਿਆ ਹੋਇਆ ਸਹਿਜ ਸੁਭਾਏ ਦਾ ਬਚਨ ਉਹ ਕਦੀ ਵੀ ਵਿਅਰਥ ਨਹੀਂ ਜਾਂਦਾ ਉਹ ਅਟਲ ਬਚਨ ਹੈ ਕਿਉਂਕਿ ਉਹ ਬਚਨ ਪ੍ਰਮਾਤਮਾ ਦੀ ਗੋਲਾਂ ਵਿੱਚੋਂ ਨਿਕਲਿਆ ਹੋਇਆ ਬਚਨ ਹੈ ਅਤੇ ਉਹਨਾਂ ਬਚਨਾਂ ਨੂੰ ਜਿਹੜਾ ਕੋਈ ਵੀ ਮੋੜ ਨਹੀਂ ਸਕਦਾ ਉਹਨਾਂ ਬਚਨਾਂ ਨੂੰ ਅਟਲ ਹੀ ਜਿਹੜਾ ਵਾ ਰਿਹਾ ਜਾਂਦਾ ਹੈ ਉਹ ਅਟਲ ਹੀ ਬਚਨ ਹੁੰਦੇ ਹਨ ਸਤਿਗੁਰੂ ਗੁਰੂ ਸਾਹਿਬ ਜੀ ਦੇ ਜੀਵਨ ਵਿੱਚ ਵੀ ਕਈ ਅਜਿਹੀਆਂ ਘਟਨਾਵਾਂ ਹਨ ਜਿਨ੍ਹਾਂ ਦੇ ਬਾਰੇ ਸਤਿਗੁਰੂ ਸਹਿਜ ਸੁਭਾਏ ਬੋਲੇ ਹੋਏ ਬਚਨ ਵੀ ਜਿਹੜੇ ਅਟਲ ਹੋਏ ਹਨ ਕਈ ਜਿਹੜੇ ਅਜਿਹੇ ਬਚਨ ਹਨ ਸਤਿਗੁਰੂ ਜੀ ਦੇ ਮੂੰਹ ਦੇ ਵਿੱਚੋਂ ਸਹਿਜ ਸੁਭਾਏ ਨਿਕਲੇ ਅਤੇ ਉਹਨਾਂ ਬਚਨਾਂ ਨੂੰ ਪ੍ਰਮਾਤਮਾ ਨੇ ਸੱਚ ਕਰਕੇ ਵਿਖਾਇਆ ਹੈ ਜਿਵੇਂ ਉਦਾਹਰਨ ਦੇ ਤੌਰ ਤੇ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਵੇਲੇ ਇੱਕ ਸਿੱਖ ਹੋਇਆ ਹੈ ਜਿਹਨੇ ਆਵੇ ਲਾਏ ਸਨ ਜਿਹਨੂੰ ਆਪਾਂ ਬੁੱਧੂ ਦੇ ਆਵੇ ਕਹਿੰਦੇ ਹਾਂ ਉਹਦੇ ਆਵੇ ਜਿਹੜੇ ਸਨ ਉਹਨੇ ਅਰਦਾਸ ਬੇਨਤੀ ਕਰਵਾਈ ਕਿ ਮੇਰੇ ਆਵੇ ਜਿਹੜੇ ਪੱਕੇ ਹੋ ਜਾਣ ਪਰ ਹੰਕਾਰ ਦੇ ਵਿੱਚ ਇੰਨਾ ਸੀ ਉਹਨੇ ਇੱਕ ਗਰੀਬ ਸਿੱਖ ਨੂੰ ਪ੍ਰਸ਼ਾਦਾ ਨਹੀਂ ਛਕਾਇਆ ਕਹਿ ਦਿੱਤਾ ਮੁੱਕ ਗਿਆ ਹੈ ਤੇ ਉਹ ਸਿੱਖ ਬੰਦਗੀ ਕਰਨ ਵਾਲਾ ਸੀ ਉਹਨੇ ਕਹਿ ਦਿੱਤਾ ਨਹੀਂ ਪ੍ਰਮਾਤਮਾ ਇਹਦੇ ਆਵੇ ਕੱਚੇ ਦੇ ਕੱਚੇ ਹੀ ਰਹਿਣ ਇਹਦੇ ਆਵੇ ਜਿਹੜੇ ਪੱਕਣ ਨਾ ਤੇ ਜਦੋਂ ਵਾਰੀ ਆਈ ਤੇ ਉਹਦੇ ਆਵੇ ਵਾਕਈ ਹੀ ਕੱਚੇ ਦੇ ਕੱਚੇ ਸਨ ਕਿਉਂਕਿ ਪ੍ਰਮਾਤਮਾ ਨੇ ਉਹਦੇ ਬਚਨ ਸੱਚ ਕਰਕੇ ਵਿਖਾ ਦਿੱਤੇ ਤੇ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਤੱਕ ਇਹ ਸਾਰੀ ਗੱਲ ਆਈ ਤੇ ਸਤਿਗੁਰੂ ਜੀ ਕਹਿੰਦੇ ਸਿੱਖ ਦੇ ਕਹੇ ਹੋਏ ਬਚਨ ਪ੍ਰਮਾਤਮਾ ਨੇ ਅਟਲ ਕੀਤੇ ਹਨ ਉਹਨਾਂ ਬਚਨਾਂ ਦੇ ਅੱਗੇ ਮੇਰੀ ਕੋਈ ਪੇਸ਼ ਨਹੀਂ ਕਿਉਂਕਿ ਉਹ ਬਚਨ ਪ੍ਰਮਾਤਮਾ ਨੇ ਆਪ ਕਹਾਏ ਹਨ ਸਤਿਗੁਰੂ ਜੀ ਨੇ ਨਾਲ ਬਚਨ ਵੀ ਕਹੇ ਸਨ ਹਾਂ ਆਵੇ ਰਹਿਣਗੇ ਕੱਚੇ ਹੀ ਪਰ ਵਿਕਣਗੇ ਪੱਕਿਆਂ ਦੇ ਭਾਅ ਕਿ ਤੇਰੀ ਅਰਦਾਸ ਵੀ ਜਿਹੜੀ ਵਿਅਰਥ ਨਹੀਂ ਜਾਵੇਗੀ ਇਹ ਸਤਿਗੁਰੂ ਦੀ ਕਲਾ ਹੈ ਕਿਉਂਕਿ ਜੋ ਬਚਨ ਬੰਦਗੀ ਕਰਨ ਵਾਲਾ ਕਹਿ ਦਵੇ ਉਹਨਾਂ ਬਚਨਾਂ ਨੂੰ ਪ੍ਰਮਾਤਮਾ ਵੀ ਝੂਠਾ ਨਹੀਂ ਪੈਣ ਦਿੰਦਾ ਉਹ ਬਚਨ ਸੱਚ ਹੁੰਦੇ ਹਨ ਤੇ ਜਦੋਂ ਉਹਨੇ ਆ ਕੇ ਸੁਨੇਹਾ ਦਿੱਤਾ ਉਹ ਸਮਾਂ ਆਇਆ ਤੇ ਭਾਈ ਰਤਨ ਸਿੰਘ ਜੀ ਭੰਗੂ ਕਹਿੰਦੇ ਉਸ ਹੀ ਵਕਤ ਨਵਾਬ ਕੋ ਭਇਓ ਸੁਬੰਧ ਪਿਸ਼ਾਬ ਇਧਰ ਜ਼ਕਰੀਆ ਖਾਨ ਨੂੰ ਫਿਰ ਉਹ ਰੋਗ ਲੱਗ ਗਿਆ ਹੈ ਉਹ ਦੁੱਖ ਲੱਗ ਗਿਆ ਹੈ ਉਹਨੂੰ ਪਿਸ਼ਾਬ ਦਾ ਬੰਨ ਪੈ ਗਿਆ ਹੈ ਜੋ ਤੜਫੈ ਜਿਮ ਥਲ ਮਚੀ ਪਾਪ ਪਾਵਤ ਪਇਓ ਅਜਾਬ ਜੋ ਤੜਪੈ ਜਿਮ ਥਲ ਮਛੀ ਪਾਵਤ ਭਇਓ ਅਜਾਬ ਅਜਾਬ ਤੋਂ ਭਾਵ ਹੁੰਦਾ ਹੈ ਦੁੱਖ ਜ਼ਕਰੀਆ ਖਾਨ ਹੁਣ ਐਵੇਂ ਦੁੱਖ ਸਹਾਰਦਾ ਹੈ ਜਿਵੇਂ ਮਛਲੀ ਪਾਣੀ ਤੋਂ ਬਾਹਰ ਆ ਕੇ ਤੜਫਦੀ ਹੈ ਐਵੇਂ ਤੜਫਦਾ ਹੈ ਕਿਉਂਕਿ ਆਪਾਂ ਸਾਰੇ ਜਾਣਦੇ ਹਾਂ ਮਛਲੀ ਦਾ ਜੀਵਨ ਪਾਣੀ ਹੈ ਪਾਣੀ ਵਿੱਚ ਹੀ ਸਾਰੀ ਉਹਦੀ ਖੁਰਾਕ ਹੈ ਜੀਵਨ ਹੈ ਗੁਜ਼ਾਰਦੀ ਹੈ ਤੇ ਪਾਣੀ ਤੋਂ ਬਾਹਰ ਉਹਦੀ ਮੌਤ ਹੈ ਇਹ ਵੀ ਪ੍ਰਮਾਤਮਾ ਦੀ ਰੰਗਤ ਹੈ ਪ੍ਰਮਾਤਮਾ ਦੀ ਕੁਦਰਤ ਹੈ ਕਿ ਪ੍ਰਮਾਤਮਾ ਨੇ ਕਈਆਂ ਨੂੰ ਪਾਣੀ ਵਿੱਚ ਜਿੰਦਾ ਰੱਖਿਆ ਹੈ ਤੇ ਕਈਆਂ ਨੂੰ ਜਦੋਂ ਪਾਣੀ ਵਿੱਚ ਸੁੱਟਿਆ ਜਾਂਦਾ ਉਹਨਾਂ ਨੂੰ ਪਾਣੀ ਜਿਹੜਾ ਮਾਰ ਕੇ ਰੱਖ ਦਿੰਦਾ ਹੈ ਕਿਉਂਕਿ ਪ੍ਰਮਾਤਮਾ ਦੀ ਖੇਡ ਬਹੁਤ ਜ਼ਿਆਦਾ ਨਿਆਰੀ ਹੈ ਤੇ ਭਾਈ ਰਤਨ ਸਿੰਘ ਜੀ ਕਹਿੰਦੇ ਜੇ ਮੱਛੀ ਨੂੰ ਬਾਹਰ ਕੱਢ ਦਿੱਤਾ ਜਾਵੇ ਉਹ ਮਰ ਜਾਂਦੀ ਹੈ
ਦੁੱਖ ਸਹਾਰ ਕੇ ਮਰ ਜਾਂਦੀ ਹੈ ਪਾਣੀ ਤੋਂ ਬਿਨਾ। ਤੇ ਜ਼ਕਰੀਆ ਖਾਨ ਜਿਵੇਂ ਮਛਲੀ ਪਾਣੀ ਤੋਂ ਬਾਹਰ ਤੜਫਦੀ ਹੈ, ਹੁਣ ਏਦਾਂ ਦੁੱਖ ਦੇ ਨਾਲ ਤੜਫਦਾ ਹੈ ਕਿਉਂਕਿ ਉਹਨੂੰ ਪਿਸ਼ਾਬ ਦਾ ਬੰਨ ਪੈ ਗਿਆ ਹੈ। ਕਿਉਂਕਿ ਸਤਿਗੁਰੂ ਜੀ ਨੇ ਸਾਡੇ ਸਰੀਰ ਦੀ ਘਾੜਤ ਪ੍ਰਮਾਤਮਾ ਨੇ ਇਸ ਤਰੀਕੇ ਦੀ ਘੜੀ ਹੈ ਕਿ ਪ੍ਰਮਾਤਮਾ ਨੇ ਇਹਦੇ ਵਿੱਚ ਹਰੇਕ ਚੀਜ਼ ਪਾਈ ਹੈ। ਜਿਹੜੀ ਮਨੁੱਖ ਨੂੰ ਲੋੜ ਸੀ ਉਹ ਚੀਜ਼ਾਂ ਪ੍ਰਮਾਤਮਾ ਨੇ ਮਨੁੱਖ ਨੂੰ ਸਰੀਰ ਦੇ ਵਿੱਚ ਦਿੱਤੀਆਂ। ਕੱਲੀਆਂ ਮਨੁੱਖ ਨੂੰ ਹੀ ਨਹੀਂ, ਹਰੇਕ ਜੂਨ ਦੇ ਵਿੱਚ ਪ੍ਰਮਾਤਮਾ ਨੇ ਹਰੇਕ ਚੀਜ਼ ਉਹ ਪਾਈ ਹੈ ਜਿਹੜੀ ਚੀਜ਼ ਚਾਹੀਦੀ ਸੀ, ਜਿਹਨਾਂ ਮਨੁੱਖ ਦਾ ਵਿਕਾਸ ਵੀ ਹੁੰਦਾ ਰਵੇ, ਮਨੁੱਖ ਦਾ ਜਾਂ ਦੂਜੀਆਂ ਜੂਨਾਂ ਤੰਦਰੁਸਤ ਵੀ ਰਹਿਣ, ਉਹਨਾਂ ਦਾ ਸਰੀਰ ਜਿਹੜਾ ਪ੍ਰਫੁੱਲਤ ਵੀ ਹੁੰਦਾ ਰਵੇ। ਪ੍ਰਮਾਤਮਾ ਨੇ ਹਰੇਕ ਚੀਜ਼ ਪਾਈ ਹੈ। ਇਸੇ ਤਰੀਕੇ ਨਾਲ ਮਨੁੱਖ ਦੇ ਸਰੀਰ ਵਿੱਚ ਵੀ ਦੋ ਗੁਪਤ ਅੰਗ ਪਾਏ ਹਨ, ਜਿਨ੍ਹਾਂ ਦੇ ਨਾਲ ਅਸੀਂ ਕੁਦਰਤੀ ਚੀਜ਼ਾਂ ਕਰਦੇ ਹਾਂ, ਅਤੇ ਉਹ ਚੀਜ਼ਾਂ ਪ੍ਰਮਾਤਮਾ ਦੀ ਬਹੁਤ ਵੱਡੀ ਦਾਤ ਹੈ। ਕਿਉਂਕਿ ਜੇ ਉਹ ਦੋ ਚੀਜ਼ਾਂ ਨਾ ਹੋਣ ਤਾਂ ਮਨੁੱਖ ਦਾ ਸਰੀਰ ਕੁਝ ਹੀ ਦਿਨਾਂ ਦੇ ਵਿੱਚ ਨਾਸ਼ ਹੋ ਜਾਂਦਾ ਹੈ। ਉਹਨਾਂ ਦੋ ਚੀਜ਼ਾਂ ਤੋਂ ਬਿਨਾਂ, ਜਿਹਨੂੰ ਆਪਾਂ ਜੰਗਲ ਪਾਣੀ ਕਹਿੰਦੇ ਹਾਂ, ਕਿਉਂਕਿ ਇਹ ਦੋ ਚੀਜ਼ਾਂ ਆਪਾਂ ਜੇ ਨਾ ਮਿਲਣ ਤੇ ਸਾਡੇ ਸਰੀਰ ਦੇ ਵਿੱਚ ਅਨੇਕਾਂ ਬਿਮਾਰੀਆਂ ਜਿਹੜੀਆਂ ਲੱਗ ਜਾਂਦੀਆਂ ਹਨ, ਅਨੇਕਾਂ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ ਸਰੀਰ। ਕਿਉਂਕਿ ਇੱਕ ਬਿਮਾਰੀ ਕਈ ਬਿਮਾਰੀਆਂ ਨੂੰ ਜਨਮ ਦਿੰਦੀ ਹੈ। ਤੇ ਜਿਹੜਾ ਸਰੀਰ ਦੇ ਵਿੱਚ ਇਹ ਸਾਡਾ ਢਾਂਚਾ ਬਣਾਇਆ ਹੈ ਪ੍ਰਮਾਤਮਾ ਨੇ, ਇਹ ਦੋ ਚੀਜ਼ਾਂ ਖਾਸ ਕਰਕੇ ਸਤਿਗੁਰੂ ਜੀ ਨੇ ਮਨੁੱਖ ਨੂੰ ਅਜਿਹੀ ਦਾਤ ਦਿੱਤੀ ਹੈ ਜਿਹਦੇ ਨਾਲ ਮਨੁੱਖ ਦਾ ਸਰੀਰ ਵੀ ਪ੍ਰਫੁੱਲਤ ਰਵੇ, ਮਨੁੱਖ ਦਾ ਸਰੀਰ ਤੰਦਰੁਸਤ ਵੀ ਰਵੇ, ਅਤੇ ਜਿਹੜੀਆਂ ਸਰੀਰ ਦੇ ਵਿੱਚ ਵਾਧੂ ਘਾਟੂ ਚੀਜ਼ਾਂ ਪਈਆਂ ਹਨ ਉਹ ਚੀਜ਼ਾਂ ਸਰੀਰ ਦੇ ਵਿੱਚੋਂ ਬਾਹਰ ਵੀ ਨਿਕਲ ਜਾਣ। ਤੇ ਸਤਿਗੁਰੂ ਜੀ ਨੇ ਇਹ ਦੋ ਜਿਹੜੀਆਂ ਅਜਿਹੀਆਂ ਦਾਤਾਂ ਦਿੱਤੀਆਂ ਹਨ, ਪਰ ਜਿਹਨੂੰ ਇਹ ਦੋ ਦਾਤਾਂ ਵਿੱਚੋਂ ਇੱਕ ਦਾਤ ਵੀ ਨਹੀਂ ਮਿਲੀ, ਉਹਨੂੰ ਪੁੱਛ ਕੇ ਵੇਖੋ ਕਿ ਉਹਨੂੰ ਕਿੰਨੀ ਵੱਡੀ ਕਮੀ ਹੈ। ਕਿਉਂਕਿ ਉਹ ਇਲਾਜ ਕਰਾਉਣ ਵਾਸਤੇ, ਪੈਸੇ ਲਾਉਣ ਵਾਸਤੇ, ਕੋਈ ਵੀ ਕੰਮ ਕਰਨ ਵਾਸਤੇ ਤਿਆਰ ਹੈ ਕਿ ਕਿਸੇ ਨਾ ਕਿਸੇ ਤਰੀਕੇ ਜਿਹੜੀ ਇੱਕ ਆ ਦਾਤ ਜਿਹੜੀ ਮੈਨੂੰ ਮਿਲ ਜਾਵੇ। ਕਿਉਂਕਿ ਇਹ ਦਾਤ ਨਾ ਤਾਂ ਪੈਸਿਆਂ ਨਾਲ ਮਿਲਦੀ ਹੈ, ਨਾ ਇਹ ਦਾਤ ਹੱਡੀ ਤੋਂ ਮਿਲਦੀ ਹੈ, ਨਾ ਇਹ ਦਾਤ ਜਿਹੜਾ ਕੋਈ ਮਨੁੱਖ ਦੇ ਸਕਦਾ, ਕਿਉਂਕਿ ਇਹ ਦਾਤ ਹੀ ਪ੍ਰਮਾਤਮਾ ਦੀ ਹੈ। ਕਿਉਂਕਿ ਸਰੀਰ ਪ੍ਰਮਾਤਮਾ ਦਾ ਬਣਾਇਆ ਹੋਇਆ ਹੈ ਤੇ ਪ੍ਰਮਾਤਮਾ ਦੀ ਜਿਹੜੀ ਦਾਤ ਹੈ ਉਹ ਪ੍ਰਮਾਤਮਾ ਹੀ ਦੇ ਸਕਦਾ ਹੈ। ਤੇ ਜ਼ਕਰੀਆ ਖਾਨ ਜਿਹਨੂੰ ਆਪਣੇ ਸਰੀਰ ਦੀ ਕੋਈ ਕਦਰ ਨਹੀਂ, ਜਿਹਨੂੰ ਪ੍ਰਮਾਤਮਾ ਦੀ ਬਣਾਈ ਹੋਈ ਕੁਦਰਤ ਦੀ ਕੋਈ ਕਦਰ ਨਹੀਂ, ਜਿਹਨੇ ਪ੍ਰਮਾਤਮਾ ਦੇ ਬਣਾਏ ਹੋਏ ਬੰਦਿਆਂ ਨੂੰ ਅਨੇਕਾਂ ਤਸੀਹਿਆਂ ਦੇ ਨਾਲ ਮਾਰਿਆ ਹੈ, ਤੇ ਪ੍ਰਮਾਤਮਾ ਨੇ ਪਰ ਅਜਿਹੀ ਖੇਡ ਵਰਤਾਈ ਕਿਉਂਕਿ ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਏ, ਨਾਨਕ ਜਿਉ ਮਥਨ ਮਾਧਾਣੀਆਂ ਕਿਉ ਮਥੇ ਧਰਮ ਰਾਏ। ਜਿਵੇਂ ਮਧਾਣੀ ਦੇ ਨਾਲ ਦੁੱਧ ਨੂੰ ਰਿੜਕਿਆ ਜਾਂਦਾ ਹੈ, ਸਤਿਗੁਰੂ ਜੀ ਕਹਿੰਦੇ ਧਰਮ ਰਾਜ ਇਸ ਤਰੀਕੇ ਨਾਲ ਮੁੜ ਕੇ ਫਿਰ ਉਸ ਮਨੁੱਖ ਨੂੰ ਰਗੜਦਾ ਹੈ, ਦੁੱਖ ਦੇ ਕੇ, ਤਕਲੀਫਾਂ ਦੇ ਕੇ ਉਹਨੂੰ ਜਿਹੜਾ ਵਾ ਰਗੜਦਾ ਹੈ, ਜਿਵੇਂ ਮਧਾਣੀ ਦੁੱਧ ਨੂੰ ਰਗੜਦੀ ਹੈ। ਭਾਵ ਕਿ ਜ਼ਕਰੀਆ ਖਾਨ ਉਹਨੇ ਅਨੇਕਾਂ ਪਾਪ ਕਮਾਏ, ਅਨੇਕਾਂ ਵਿਦੋਸ਼ੀਆਂ ਨੂੰ ਮਾਰਿਆ, ਅਨੇਕਾਂ ਵਿਦੋਸ਼ੀਆਂ ਦੇ ਘਰ ਘਾਟਾਂ ਦੇ ਉੱਤੇ ਕਬਜ਼ਾ ਕੀਤਾ, ਅਤੇ ਆਪਣੇ ਬੰਦਿਆਂ ਨੂੰ ਲਾਲਚ ਦੇ ਕੇ ਅਨੇਕਾਂ ਵਿਦੋਸ਼ੀਆਂ ਦਾ ਕਤਲ ਕਰਵਾਇਆ। ਤੇ ਜਦੋਂ ਭਾਂਡਾ ਐ ਪੂਰਾ ਪਾਪਾਂ ਦੇ ਨਾਲ ਭਰ ਗਿਆ, ਫਿਰ ਉਹ ਭਾਂਡਾ ਜਦੋਂ ਫੁੱਟਿਆ ਤੇ ਉਹ ਫਿਰ ਉਹਨੂੰ ਪਿਸ਼ਾਬ ਦੇ ਬੰਨ ਰੂਪ ਵਿੱਚ ਉਹਦਾ ਫੁੱਟਿਆ। ਭਾਵ ਕਿ ਪ੍ਰਮਾਤਮਾ ਨੇ ਉਹਨੂੰ ਅਹਿਸਾਸ ਕਰਾਉਣ ਵਾਸਤੇ, ਪ੍ਰਮਾਤਮਾ ਨੇ ਉਹਨੂੰ ਸਜ਼ਾ ਦੇਣ ਵਾਸਤੇ, ਤੇ ਭਾਈ ਤਾਰੂ ਸਿੰਘ ਦੇ ਕਹੇ ਹੋਏ ਬਚਨ ਅਟਲ ਕਰਨ ਵਾਸਤੇ ਪ੍ਰਮਾਤਮਾ ਨੇ ਉਹਨੂੰ ਅਜਿਹੀ ਸਜ਼ਾ ਦਿੱਤੀ ਕਿ ਉਹਦਾ ਪਿਸ਼ਾਬ ਜਿਹੜਾ ਬੰਦ ਹੋ ਗਿਆ। ਜਦੋਂ ਪਿਸ਼ਾਬ ਬੰਦ ਹੋ ਗਿਆ, ਜਿਉ ਤੜਪੈ ਜਿਮ ਥਲ ਮਛੀ ਪਾਵਤ ਭਇਓ ਅਜਾਬ। ਜਿਵੇਂ ਮਛਲੀ ਪਾਣੀ ਤੋਂ ਬਿਨਾ ਤੜਪਦੀ ਹੈ, ਹੁਣ ਜ਼ਕਰੀਆ ਖਾਨ ਪਿਸ਼ਾਬ ਤੋਂ ਬਿਨਾ ਤੜਪਦਾ, ਕਿਉਂਕਿ ਇਹ ਵੀ ਬਹੁਤ ਵੱਡੀ ਦਾਤ ਹੈ। ਆਪਾਂ ਸਾਰੇ ਜਾਣਦੇ ਹਾਂ ਕਿਉਂਕਿ ਇਹ ਕੁਦਰਤੀ ਚੀਜ਼ ਹੈ, ਪ੍ਰਮਾਤਮਾ ਦੀ ਦਿੱਤੀ ਹੋਈ ਦਾਤ ਹੈ। ਇਹਦੇ ਬਿਨਾ ਜਿਹੜਾ ਵਾ ਮਨੁੱਖ ਦਾ ਗੁਜ਼ਾਰਾ ਨਹੀਂ। ਇਹ 2-3 ਘੰਟੇ ਪਿਛੋਂ ਮਨੁੱਖ ਨੂੰ ਬਾਥਰੂਮ ਕਰਨਾ ਹੀ ਪੈਂਦਾ ਹੈ, ਕਿਉਂਕਿ ਜਦੋਂ ਅੰਦਰ ਗਰਮੈਸ਼ ਬਣ ਜਾਵੇ, ਪਾਣੀ ਜ਼ਿਆਦਾ ਜਮਾ ਹੋ ਜਾਵੇ, ਜਾਂ ਪਸੀਨੇ ਰਾਹੀਂ ਜਾਂ ਇਸ ਕੁਦਰਤੀ ਢਾਂਚੇ ਰਾਹੀਂ ਜਿਹੜਾ ਆਪਾਂ ਸਰੀਰ ਦਾ ਪਾਣੀ ਜਿਹੜਾ ਬਾਹਰ ਕੱਢਦੇ ਹਾਂ, ਪਰ ਜ਼ਕਰੀਆ ਖਾਨ ਨੂੰ ਇਹ ਦੁੱਖ ਦੇ ਦਿੱਤਾ, ਉਹਨੂੰ ਜਿਹੜਾ ਪਿਸ਼ਾਬ ਦਾ ਬੰਨ ਪੈ ਗਿਆ, ਜਿਹਦੇ ਕਰਕੇ ਹੁਣ ਬਹੁਤ ਜ਼ਿਆਦਾ ਤੜਫਦਾ ਹੈ। ਚੌਪਈ ਕਦੇ ਭੂਮ ਕਦੇ ਪਲੰਗ ਪਾਵੇ, ਕਦੇ ਭੂਮ ਕਦੇ ਪਲੰਗ ਪਾਵੇ। ਹੁਣ ਕਦੇ
ਪਲੰਗ ਦੇ ਉੱਤੇ ਲੇਟੀਆਂ ਮਾਰਦਾ ਹੈ ਤੇ ਕਦੀ ਧਰਤੀ ਦੇ ਉੱਤੇ ਲੇਟੀਆਂ ਮਾਰਦਾ ਹੈ, ਕਿਉਂਕਿ ਦੁੱਖ ਜਿਹੜਾ ਬਹੁਤ ਭਾਰੀ ਲੱਗ ਗਿਆ ਹੈ। ਕਦੇ ਟਿਕੈ ਕਦੇ ਉੱਠ ਉੱਠ ਧਾਵੈ, ਕਦੇ ਟਿਕੇ ਕਦੇ ਉੱਠ ਉੱਠ ਭਵੈ, ਕਦੀ ਟਿਕ ਜਾਂਦਾ ਹੈ ਪਰ ਜਦੋਂ ਫਿਰ ਰੋਗ ਜ਼ੋਰ ਪਾਉਂਦਾ ਹੈ, ਦੁੱਖ ਦਿੰਦਾ ਹੈ ਰੋਗ, ਤਾਂ ਫਿਰ ਉੱਠ ਉੱਠ ਕੇ ਚੀਕਾਂ ਮਾਰਦਾ ਹੈ। ਕਦੀ ਢਿੱਡ ਫੜਦਾ ਹੈ, ਕਦੀ ਲੇਟਦਾ ਹੈ, ਕਦੀ ਤਰਲੇ ਲੈਂਦਾ ਹੈ। ਕਦੇ ਉਦੋਂ ਕਦ ਮੁਦੋ ਹੋਏ, ਕਦ ਉਦੋਂ ਕਦ ਮੋਦੋ ਹੋਏ, ਕਦੇ ਮੋਦਾ ਹੁੰਦਾ, ਕਦੀ ਉਧਰ ਨੂੰ ਲੇਟਦਾ, ਕਦੀ ਉਧਰ ਨੂੰ ਲੇਟਦਾ। ਭਾਵ ਕਿ ਇਹ ਦੁੱਖ ਜਿਹੜਾ ਬਹੁਤ ਭਾਰੀ ਜਕਰਿਆ ਖਾਣ ਨੂੰ ਲੱਗਾ ਹੈ। ਤੇ ਆਪਾਂ ਵੀ ਮਹਿਸੂਸ ਕਰਕੇ ਵੇਖ ਲਈਏ ਕਿ ਇਹ ਦੁੱਖ ਜੇ ਕਿਸੇ ਨੂੰ ਲੱਗ ਜਾਵੇ ਤਾਂ ਕਿਵੇਂ ਜਕਰਿਆ ਖਾਣ ਨੂੰ ਤਕਲੀਫ ਹੁੰਦੀ ਹੈ। ਜੇ ਕਿਤੇ ਸਾਨੂੰ ਸਾਡੇ ਕਰਮਾਂ ਦੇ ਹਿਸਾਬ ਨਾਲ ਸਾਡਾ ਦੁੱਖ ਲੱਗ ਗਿਆ ਤੇ ਸਾਨੂੰ ਵੀ ਇਹ ਦੁੱਖ ਦੀ ਕਿੰਨੀ ਵੱਡੀ ਤਕਲੀਫ ਝੱਲਣੀ ਪਵੇਗੀ। ਕਦ ਕੂਕੈ ਕਦ ਪਰੈ ਸੋ ਹੋਵੇ, ਕਦ ਕੂਕੇ ਕਦ ਪਰੇ ਸੋ ਰੋਏ। ਹੁਣ ਕਦੀ ਚੀਕਾਂ ਮਾਰਦਾ, ਕੂਕਦਾ ਹੈ ਕਿ ਮੈਨੂੰ ਬਚਾ ਲਵੋ, ਮੇਰੇ ਤੋਂ ਦੁੱਖ ਨਹੀਂ ਸਹਾਰਿਆ ਜਾਂਦਾ, ਤੇ ਕਦੀ ਜਿਹੜਾ ਉੱਚੀ ਉੱਚੀ ਰੋਂਦਾ ਹੈ, ਕਿਉਂਕਿ ਇਹ ਦੁੱਖ ਜਿਹੜਾ ਵਾ ਮਨੁੱਖ ਦੀਆਂ ਬਹੁਤ ਆਂਦਰਾਂ ਬਾਹਰ ਕਢਾਉਂਦਾ ਹੈ। ਬਹੁਤ ਜ਼ਿਆਦਾ ਇਹ ਭੈੜਾ ਦੁੱਖ ਹੈ, ਇਹ ਨਰਕਾਂ ਭਰੀ ਜ਼ਿੰਦਗੀ ਹੈ। ਕਿਉਂਕਿ ਆਪਾਂ ਕਹਿੰਦੇ ਹਾਂ ਨਰਕ ਜਿਹੜੇ ਹੋਰ ਕਿਸੇ ਜਗ੍ਹਾ, ਅਸਲ ਵਿੱਚ ਇਹੋ ਹੀ ਨਰਕ ਹੈ। ਜਦੋਂ ਭਿਆਨਕ ਰੋਗ ਲੱਗ ਜਾਵੇ, ਭੈੜੀ ਬਿਮਾਰੀ ਲੱਗ ਜਾਵੇ, ਇਲਾਜ ਕੋਈ ਨਾ ਮਿਲੇ, ਸਾਰੇ ਹੀਲੇ ਵਸੀਲੇ ਵੀ ਬੰਦਾ ਵਰਤ ਲਵੇ ਤੇ ਕਿਸੇ ਬੰਨਿਓ ਰਾਹਤ ਨਾ ਮਿਲੇ, ਬਸ ਇਹੋ ਹੀ ਨਰਕ ਹੈ। ਸਤਿਗੁਰੂ ਜੀ ਨੇ ਬਾਣੀ ਵਿੱਚ ਵੀ ਇਹੋ ਕਿਹਾ ਹੈ। ਜਦੋਂ ਭਗਤ ਕਬੀਰ ਜੀ ਨਾਲ ਗੱਲਬਾਤ ਕੀਤੀ ਸੀ ਕਿਸੇ ਪੰਡਤਾਂ ਨੇ, ਤਾਂ ਪੰਡਤ ਕਹਿਣ ਲੱਗੇ, ਕਬੀਰ ਜੀ ਤੁਹਾਡੀ ਝੌਂਪੜੀ ਹੈ, ਤੁਸੀਂ ਨਰਕਾਂ ਭਰੀ ਗਰੀਬੀ ਜ਼ਿੰਦਗੀ ਜਿਹੜੀ ਬਤੀਤ ਕਰਦੇ ਜੇ, ਤੁਹਾਨੂੰ ਅਸੀਂ ਸਵਰਗਾਂ ਦੇ ਵਿੱਚ ਪਹੁੰਚਾਵਾਂਗੇ, ਤੁਸੀਂ ਸਾਡੇ ਆਖੇ ਲਾ ਕੇ ਭਗਤੀ ਛੱਡ ਦਵੋ ਤੇ ਸਾਡੇ ਵਰਗੇ ਜਿਹੜੇ ਵਾ ਸਾਡੇ ਕਹਿਣੇ ਦੇ ਮੁਤਾਬਕ ਜੀਵਨ ਨੂੰ ਗੁਜ਼ਾਰੋ, ਤੇ ਨਹੀਂ ਤੇ ਅਸੀਂ ਤੁਹਾਨੂੰ ਧਰਮ ਰਾਜ ਨੂੰ ਕਿ ਨਰਕਾਂ ਦੇ ਵਿੱਚ ਉੱਥੇ ਪਹੁੰਚਾ ਦੇਵਾਂਗੇ। ਤੇ ਭਗਤ ਕਬੀਰ ਜੀ ਕਹਿਣ ਲੱਗੇ, ਕਵਨ ਨਰਕ ਕਾ ਸੁਰਗ ਬਚਾਰਾ, ਸੰਤਨ ਦੂਰ ਰਾਦੇ, ਹਮ ਕਾਹੂ ਕੀ ਕਾਨ ਨਾ ਕੱਢਦੇ, ਆਪਣੇ ਗੁਰ ਪ੍ਰਸਾਦੇ। ਕਹਿੰਦੇ ਕਿਹੜੇ ਨਰਕ ਤੇ ਕਿਹੜੇ ਸਵਰਗ ਦੀ ਗੱਲ ਕਰਦੇ ਜੀ? ਮੇਰੇ ਵਾਸਤੇ ਨਰਕ ਉਹ ਹੈ ਜਦੋਂ ਮੈਂ ਪ੍ਰਮਾਤਮਾ ਦੀ ਯਾਦ ਨੂੰ ਵਿਸਾਰ ਦਵਾਂ, ਤੇ ਮੇਰੇ ਵਾਸਤੇ ਸਵਰਗ ਉਹ ਹੈ ਜਦੋਂ ਮੈਂ ਪ੍ਰਮਾਤਮਾ ਨੂੰ ਚੇਤੇ ਕਰ ਲਵਾਂ। ਤੇ ਜਿਹੜੇ ਨਰਕ ਸਵਰਗ ਦੀ ਤੁਸੀਂ ਗੱਲ ਕਰਦੇ ਜੇ, ਸਤਿਗੁਰੂ ਜੀ ਕਹਿੰਦੇ ਸੰਤਨ ਦੋ ਰਾਦੇ, ਇਹਨਾਂ ਦੋਵਾਂ ਨਰਕ ਤੇ ਸਵਰਗ ਨੂੰ ਜਿਹੜਾ ਬੰਦਗੀ ਕਰਨ ਵਾਲਾ, ਪਰਮਾਤਮਾ ਤੇ ਭਰੋਸਾ ਕਰਨ ਵਾਲਾ ਮੰਨਦਾ ਹੀ ਨਹੀਂ ਹੈ। ਕਿਉਂਕਿ ਅਸਲ ਵਿੱਚ ਨਰਕ ਤੇ ਸਵਰਗ ਆ ਹੀ ਹੈ। ਜਿਸ ਆਰਾਮ ਹੈ ਪ੍ਰਮਾਤਮਾ ਚੇਤੇ ਹੈ ਤੇ ਸਵਰਗ ਹੈ। ਜੇ ਪ੍ਰਮਾਤਮਾ ਭੁੱਲ ਗਿਆ, ਭਿਆਨਕ ਰੋਗ ਲੱਗ ਗਿਆ, ਦੁੱਖ ਲੱਗ ਗਿਆ, ਤੇ ਮਨੁੱਖ ਨਰਕ ਭਰੀ ਜ਼ਿੰਦਗੀ ਬਤੀਤ ਕਰਦਾ ਹੈ। ਤੇ ਜ਼ਕਰੀਆ ਖਾਨ ਹੁਣ ਨਰਕ ਭਰੀ ਜ਼ਿੰਦਗੀ ਬਤੀਤ ਕਰਦਾ ਹੈ। ਕਦੀ ਚੀਕਾਂ ਮਾਰਦਾ ਹੈ, ਕਦੀ ਤਰਲੇ ਲੈਂਦਾ ਹੈ, ਕਦੀ ਰੋਂਦਾ ਹੈ, ਕਦੀ ਬਹਿੰਦਾ ਹੈ, ਕਦੀ ਖਲੋਂਦਾ ਹੈ। ਪਰ ਇਸ ਦੁੱਖ ਨੇ ਉਹਨੂੰ ਬਹੁਤ ਜ਼ਿਆਦਾ ਜਿਹੜਾ ਦੁੱਖ ਦਿੱਤਾ, ਰੋਗ ਨੇ ਬਹੁਤ ਜ਼ਿਆਦਾ ਦੁੱਖ ਦਿੱਤਾ, ਜਿਹਦੇ ਕਰਕੇ ਹੁਣ ਮੱਥੇ ਤੇ ਹੱਥ ਮਾਰਦਾ ਹੈ। ਪਰ ਕਿਸੇ ਬੰਨਿਓ ਉਹਦਾ ਇਲਾਜ ਨਹੀਂ ਹੋ ਰਿਹਾ, ਕਿਸੇ ਬੰਨਿਓ ਉਹਨੂੰ ਰਾਹਤ ਨਹੀਂ ਮਿਲ ਰਹੀ, ਅਤੇ ਦੁੱਖ ਜਿਹੜਾ ਉਹ ਵੱਧਦਾ ਹੀ ਜਾਂਦਾ ਹੈ। ਅਗਲੇਰੇ ਪ੍ਰਸੰਗ ਨੂੰ ਭਾਈ ਰਤਨ ਸਿੰਘ ਜੀ ਭੰਗੂ ਕਿਵੇਂ ਕਲਮਬੰਦ ਕਰਦੇ ਹਨ, ਉਹ ਵਿਚਾਰ ਆਪਾਂ ਕੱਲ ਦੇ ਦੀਵਾਨਾਂ 'ਚ ਕਰਾਂਗੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਗੁਰੂ ਅਤੇ ਸੰਗਤ ਬਖਸ਼ਣਹਾਰ ਹੈ, ਬਖਸ਼ ਲੈਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਸਰਨਾ ਹੀ ਦਾਤਾਰ